देखो ਜਿਹੜੀ ਗਵਰਨਰ ਸਾਹਿਬ ਦੀ ਪੋਸਟ ਹੈ ਨਾ ਉਹ ਸਾਡੀ ਕਨਸਟੀਟਿਊਸ਼ਨ 'ਚ ਜੀ ਇੱਕ ਬ੍ਰਿਜ ਹੈ ਯੂਨੀਅਨ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਵਿੱਚ ਸਾਡੀ ਕਨਸਟੀਟਿਊਸ਼ਨ 'ਚ देयर ਜੀ इज ਬਾਈਫਰਕੇਸ਼ਨ ਆਫ ਪਾਵਰ ਜਿਹੜੀ ਪਾਵਰ ਹੈ ਉਹ ਯੂਨੀਅਨ ਗਵਰਨਮੈਂਟ ਸਟੇਟ ਗਵਰਨਮੈਂਟ ਯੂਨੀਅਨ ਪਾਰਲੀਮੈਂਟ ਤੇ ਸਟੇਟ ਲੈਜਿਸਲੇਚਰਸ 'ਚ ਡਿਵਾਈਡਡ ਹੈ ਹੁਣ ਜਿਹੜਾ ਮੈਟਰ ਸਟੇਟ ਲੈਜਿਸਲੇਚਰ ਦੇ ਡੋਮੇਨ 'ਚ ਪੈਂਦਾ ਹੈ ਜਦੋਂ ਸਟੇਟ ਲੈਜਿਸਲੇਚਰ ਉਹਦੇ ਤੇ ਲੈਜਿਸਲੇਟ ਕਰਕੇ ਇੱਕ ਲਾਅ ਗਵਰਨਰ ਸਾਹਿਬ ਕੋਲ ਜਾਂਦਾ ਹੈ ਜੀ ਦਿੰਦੀਆਂ ਉਸ ਨੂੰ ਪ੍ਰੈਜ਼ੀਡੈਂਟ ਸਾਹਿਬ ਨੂੰ ਫਾਰਵਰਡ ਕਰਨ ਦੀਆਂ ਤੇ ਉਹਦੇ ਬਾਅਦ ਉਹਨਾਂ ਕਮੈਂਟਸ ਦੇ ਨਾਲ ਵਾਪਸ ਸਟੇਟ ਲੈਜਿਸਲੇਚਰ ਨੂੰ ਉਹ ਲਾਅ ਭੇਜਣ ਦੀਆਂ ਸੈਕੰਡ ਟਾਈਮ ਜਦੋਂ ਸਟੇਟ ਲੈਜਿਸਲੇਚਰ ਵਾਪਸ ਭੇਜਦਾ ਹੈ ਉਦੋਂ ਗਵਰਨਰ ਸਾਹਿਬ ਨੂੰ ਉੱਤੇ ਕੰਸੈਂਟ ਦੇਣੀ ਹੀ ਪੈਂਦੀ ਹੈ ਜਿਹੜਾ ਮਨੀ ਬਿੱਲ ਹੈ ਉਹਦਾ ਪ੍ਰੋਸੀਜਰ ਥੋੜਾ ਡਿਫਰੈਂਟ ਹੈ ਤੇ ਜਿਹੜੀ ਇਹ ਪਾਵਰਸ ਨੇ ਇਹ ਪਾਵਰਸ ਬੜੀ ਬੋਨਾਫਾਈਡਲੀ ਯੂਜ਼ ਕਰਨ ਵਾਲੀਆਂ ਪਾਵਰਸ ਨੇ ਬਿਕੋਜ਼ ਇਹ ਸਾਡੇ ਜਿਹੜਾ ਸਟਰਕਚਰ ਹੈ ਸਾਡੀ ਕਨਸਟੀਟਿਊਸ਼ਨ ਦਾ ਰਿਗਾਰਡਿੰਗ ਦਿਸ ਬਾਈਫਰਕੇਸ਼ਨ ਆਫ ਪਾਵਰ ਉਹ ਸਟਰਕਚਰ ਨੂੰ ਪ੍ਰੀਜ਼ਰਵ ਕਰਦਾ ਹੈ ਬਹੁਤ ਵਾਰੀ ਅਸੀਂ ਦੇਖਿਆ ਪਾਸਟ 'ਚ ਵੀ that ਜਿਹੜੀ ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਦੇ ਵਿੱਚ ਜਦੋਂ ਫ੍ਰਿਕਸ਼ਨ ਆ ਜਾਂਦੀਆਂ ਨੇ ਉਦੋਂ ਇਹ ਪ੍ਰੋਵੀਜ਼ਨਸ ਸਮੂਥਲੀ ਆਪਰੇਟ ਨਹੀਂ ਕਰਦੀਆਂ ਤੇ ਉਹ ਸਿਚੁਏਸ਼ਨ ਨੂੰ ਬਚਾਉਣ ਵਾਸਤੇ ਦੋਨੋਂ ਸਟੇਟ ਗਵਰਨਮੈਂਟ ਵੀ ਤੇ ਸੈਂਟਰਲ ਗਵਰਨਮੈਂਟ ਵੀ ਤੇ ਗਵਰਨਰ ਸਾਹਿਬ ਦਾ ਆਫਿਸ ਵੀ ਹੈ ਜਿਹੜਾ ਉਹਨਾਂ ਨੂੰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਸਟੇਟ ਲੈਜਿਸਲੇਚਰ ਸਹੀ ਰੂਲ ਪਾਸ ਕਰੇ ਗਲਤ ਰੂਲ ਪਾਸ ਕਰੇ ਉਹ ਉਹਨਾਂ ਦਾ ਡੋਮੇਨ ਹੈ ਜੇ ਕੋਈ ਅਗਰੀਵਡ ਹੈ ਉਹ ਫਿਰ ਉਹਦੇ ਖਿਲਾਫ ਕਚਹਿਰੀਆਂ 'ਚ ਚਲੇ ਜਾਂਦਾ ਹੈ ਪਰ ਇੱਕ ਲਾਅ ਜਦੋਂ ਸਟੇਟ ਲੈਜਿਸਲੇਚਰ ਨੇ ਪਾਸ ਕਰਤਾ ਬਿਨਾਂ ਕਿਸੇ ਰੀਜ਼ਨ ਦੇ ਉਹਨੂੰ ਪੈਂਡਿੰਗ ਰੱਖਣਾ ਕਨਸਟੀਟਿਊਸ਼ਨਲੀ ਵੈਲਿਡ ਨਹੀਂ ਹੈ ਜੇ ਕੋਈ ਵੈਲਿਡ ਕਨਸਟੀਟਿਊਸ਼ਨਲ ਰੀਜ਼ਨ ਹੈ ਸਪੋਜ਼ ਉਹਨਾਂ ਨੇ ਆਪਣੀ ਪਾਵਰ ਤੋਂ ਬਾਹਰ ਹੀ ਲੈਜਿਸਲੇਟ ਕਰਤਾ ਹੈ ਦੈਨ ਆਫ ਕੋਰਸ ਉਸ ਸਿਚੁਏਸ਼ਨ ਦੇ ਵਿੱਚ ਉਹ ਇਨਫੋਰਮੇਸ਼ਨ ਸਟੇਟ ਗਵਰਨਮੈਂਟ ਨੂੰ ਵਾਪਸ ਭੇਜਤੀ ਜਾਣੀ ਚਾਹੀਦੀ ਹੈ ਤੇ ਔਰ ਇੱਥੇ ਤਲਵਾਰ ਸਾਹਿਬ ਜਿਸ ਤਰੀਕੇ ਨਾਲ ਗੱਲ ਹੋ ਰਹੀ ਹੈ ਸੈਸ਼ਨ ਬੁਲਾਏ ਜਾਣ ਦੀ ਕਿ ਗਵਰਨਰ ਇਹ ਕਹਿ ਰਹੇ ਨੇ ਕਿ ਪਹਿਲਾਂ ਮੈਂ ਇਹਦੀ ਆਥੈਂਟਿਸਿਟੀ ਚੈੱਕ ਕਰਾਉਂਗਾ ਕਿ ਸੈਸ਼ਨ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਹੈ ਔਰ ਸੀਐਮ ਸਾਹਿਬ ਕਹਿ ਰਹੇ ਨੇ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਗਵਰਨਰ ਸਾਹਿਬ ਨੂੰ ਪਤਾ ਹੀ ਨਹੀਂ ਕਿ ਸੈਸ਼ਨ ਕਾਨੂੰਨੀ ਸੀ ਜਾਂ ਗੈਰ ਕਾਨੂੰਨੀ ਸੀ ਇਸ ਨੂੰ ਲੈ ਕੇ ਇੱਕ ਟਸਲ ਬਿਟਵੀਨ ਗਵਰਨਮੈਂਟ ਐਂਡ ਗਵਰਨਰ ਆਫਿਸ ਸ਼ੁਰੂ ਹੋ ਚੁੱਕੀ ਹੈ ਸੋ ਕੀ ਤੁਸੀਂ ਇਸ ਬਾਰੇ ਥੋੜਾ ਜਿਹਾ ਦੱਸ ਸਕਦੇ ਹੋ ਜਾਂ ਸਮਝਾ ਸਕਦੇ ਹੋ ਕਿ ਗਵਰਨਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ ਜਾਂ ਸਿਰਫ ਉਹਨਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਦੇਖੋ ਮਨਜ਼ੂਰੀ ਤਾਂ ਲਾਜ਼ਮੀ ਨਹੀਂ ਹੈ ਬਟ ਇਹ ਜਿਹੜਾ ਡਿਸਪਿਊਟ ਹੈ ਨਾ ਇਹਨੂੰ ਤੁਸੀਂ ਆਰਟੀਕਲ 200 ਦੇ ਐਂਬਿਟ 'ਚ ਨਹੀਂ ਰੇਜ਼ ਕਰ ਸਕਦੇ ਜਦੋਂ ਸਟੇਟ ਲੈਜਿਸਲੇਚਰ ਨੇ ਸਪੀਕਰ ਸਾਹਿਬ ਬੈਠਦੇ ਨੇ ਸਪੀਕਰ ਸਾਹਿਬ ਫਾਰਵਰਡ ਕਰਦੇ ਨੇ ਇਹ ਸਾਰੇ ਬਿੱਲ ਉਹਨਾਂ ਦੇ ਸਿਗਨੇਚਰ ਦੇ ਥੱਲੇ ਜਾਂਦਾ ਹੈ ਕਿ ਇਹ ਸੈਸ਼ਨ ਕਨਸਟੀਟਿਊਟ ਹੋਇਆ ਸੀ ਇਹ ਸੈਸ਼ਨ 'ਚ ਆ ਹੋਇਆ ਇਹ ਫਾਰਵਰਡ ਹੋ ਰਿਹਾ ਸੋ ਸਪੀਕਰ ਸਾਹਿਬ ਦਾ ਵੀ ਆਪਣਾ ਸੰਵਿਧਾਨਿਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਉਹਨਾਂ ਦੀ ਆਪਣੀ ਪਾਵਰਸ ਨੇ ਤੇ ਪ੍ਰੋਬਲਮ ਆ ਨਹੀਂ ਹੈ ਕਿ ਕੋਈ ਆਬਜੈਕਸ਼ਨ ਰੇਜ਼ ਕੀਤਾ ਜਾ ਰਿਹਾ ਪ੍ਰੋਬਲਮ ਹੈ ਕਿ ਆਬਜੈਕਸ਼ਨ ਰੇਜ਼ ਕਰਦੇ ਹੋ ਉਹਨੂੰ ਡਿਲੇ ਨਾ ਕੀਤਾ ਜਾਵੇ ਜਿਹੜਾ ਵੀ ਡਿਸੀਜਨ ਹੈਗਾ ਜੇ ਤੁਸੀਂ ਕਹਿਣਾ ਹੈ ਅਨਕਨਸਟੀਟਿਊਸ਼ਨਲ ਸੀਗਾ ਇਹ ਸੈਸ਼ਨ ਤੇ ਤੁਸੀਂ ਰੀਜ਼ਨ ਦਿਓ ਤੁਸੀਂ ਉਹ ਕਹਿ ਦਿਓ ਅੱਗੇ ਠੀਕ ਪ੍ਰੋਬਲਮ ਹੈ ਜਦੋਂ ਗ੍ਰੇ ਏਰੀਆ ਆ ਜਾਂਦਾ ਹੈ ਜਦੋਂ ਕੋਈ ਦੱਸਦਾ ਨਹੀਂ ਹੈ ਕਿ ਡਿਸੀਜਨ ਕੀ ਹੈ ਹੁਣ ਇੱਕ ਬਿੱਲ ਪਾਸ ਹੋ ਗਿਆ the will of the people is expressed through the legislature ਜਿਹੜਾ ਲੈਜਿਸਲੇਚਰ ਹੈ ਸਟੇਟ ਦਾ ਉਹਦੇ ਥਰੂ ਵਿਲ ਐਕਸਪ੍ਰੈਸ ਹੁੰਦੀ ਹੈ ਕਿਉਂਕਿ ਉਹ ਇਲੈਕਟ ਹੋ ਕੇ ਆਏ ਹੁੰਦੇ ਨੇ ਜਦੋਂ ਉਹਨਾਂ ਦੀ ਵਿਲ ਲਾਅ 'ਚ ਕਨਵਰਟ ਨਹੀਂ ਹੋ ਪਾਉਂਦੀ ਹੈ ਤੇ ਉਹਦਾ ਕੋਈ ਰੀਜ਼ਨ ਵੀ ਨਹੀਂ ਦਿੱਤਾ ਜਾਂਦਾ ਉਦੋਂ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਨਾ ਕਨਸਟੀਟਿਊਸ਼ਨਲ ਸਟਰਕਚਰ 'ਚ ਘਟਦਾ ਹੈ ਸਾਰੇ ਦੇ ਸਾਰੇ ਜਿੰਨੇ ਵੀ ਸਟੇਕ ਹੋਲਡਰਸ ਨੇ ਇਹਦੇ 'ਚ ਉਹਨਾਂ ਨੂੰ ਇਹ ਇਨਸ਼ੋਰ ਕਰਨਾ ਹੈ ਕਿ ਜਿਹੜੀ ਸਾਡੀ ਜਨਤਾ ਹੈ ਜਿਹੜੇ ਲੋਕ ਨੇ ਉਹਨਾਂ ਦਾ ਕਨਸਟੀਟਿਊਸ਼ਨ 'ਚ ਵਿਸ਼ਵਾਸ ਘੱਟ ਨਾ ਹੋਏ ਸਾਰੀ ਚੀਜ਼ਾਂ ਕਨਸਟੀਟਿਊਸ਼ਨਲ ਤਰੀਕੇ ਨਾਲ ਹੋਣ ਜੇ ਗਵਰਨਰ ਸਾਹਿਬ ਕੋਈ ਜਾਣਕਾਰੀ ਮੰਗਦੇ ਨੇ ਤਲਵਾਰ ਸਾਹਿਬ ਜੇ ਗਵਰਨਰ ਸਾਹਿਬ ਕੋਈ ਜਾਣਕਾਰੀ ਮੰਗਦੇ ਨੇ ਜਾਂ ਉਹ ਪੁੱਛਦੇ ਨੇ ਕਿ ਸੈਸ਼ਨ ਦਾ ਏਜੰਡਾ ਕੀ ਹੈ ਤਾਂ ਸਰਕਾਰ ਉਹ ਜਾਣਕਾਰੀ ਦੇਣ ਦੀ ਪਾਬੰਦ ਹੈ ਜਾਂ ਸਰਕਾਰ ਕਹਿ ਸਕਦੀ ਹੈ ਕਿ ਅਸੀਂ ਨਹੀਂ ਜਾਣਕਾਰੀ ਦੇਣੀ ਜੀ ਨਹੀਂ ਸਰ ਪਾਬੰਦ ਨਹੀਂ ਹੈ ਪਰ ਇਹ ਜਿਹੜੇ ਮੈਟਰ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਜਿਵੇਂ ਕਿ ਮੈਨੂੰ ਜਿਹੜਾ ਏਜੰਡਾ ਹੈਗਾ ਉਹ ਪਬਲਿਕ ਹੁੰਦਾ ਹੈ ਜਿਹੜਾ ਪਾਰਲੀਮੈਂਟ ਜਾਂ ਲੈਜਿਸਲੇਚਰ ਦੇ ਏਜੰਡੇ ਨੇ ਉੱਥੇ ਕੀ ਹੋਣਾ ਹੈ ਉਹ ਸਾਰਾ ਕੁਝ ਪਬਲਿਕ ਡੋਮੇਨ 'ਚ ਹੁੰਦਾ ਹੈ ਉਹ ਇਹੋ ਜਿਹੀ ਚੀਜ਼ ਹੀ ਨਹੀਂ ਹੈ ਜਿਹੜੀ ਕੋਈ ਪਤਾ ਨਾ ਕਰ ਸਕੇ ਤੇ ਇਸ ਕਰਕੇ ਮਤਲਬ ਜੇ ਤਾਂ ਕੋਈ ਬੜੀ ਸੀਕ੍ਰੇਟ ਇਨਫੋਰਮੇਸ਼ਨ ਹੋਏ ਉਹਦੇ ਤੇ ਤਾਂ ਗੱਲ ਉੱਠੇ ਕਿ ਪ੍ਰੋਵਾਈਡ ਕਰਨੀ ਹੈ ਜਾਂ ਨਹੀਂ ਕਰਨੀ ਹੈ
ਇਹ ਇਨਫੋਰਮੇਸ਼ਨ ਕਿ ਲੈਜਿਸਲੇਟਿਵ ਅਸੈਂਬਲੀ 'ਚ ਹੋਇਆ ਕੀ, ਉਹ ਤਾਂ ਬੜੀ ਪਬਲਿਕ ਡੋਮੇਨ ਦੀ ਇਨਫੋਰਮੇਸ਼ਨ ਹੈ, ਉਹ ਤਾਂ ਸਿੱਧੀ ਚਲੇ ਜਾਣੀ ਚਾਹੀਦੀ ਹੈ। ਜਾਂ ਉਦਾਂ ਵੀ ਕਲੀਅਰ ਸਾਹਿਬ ਤੁਸੀਂ ਬੜੀ ਹਾਈ ਠੀਕ ਹੈ। ਕਨਸਟੀਟਿਊਸ਼ਨਲ ਪੋਸਟਸ ਨੇ, ਇਹਨਾਂ ਤੇ ਇਹ ਲੈਵਲ ਤੇ ਇਹ ਪ੍ਰੋਬਲਮਸ ਨਹੀਂ ਆਉਂਦੀਆਂ ਨੇ। ਕਲੀਅਰ ਸਾਹਿਬ ਦੇਖੋ, ਮੈਂ ਇਹਨਾਂ ਦੀ ਇੱਕ ਗੱਲ ਨਾਲ ਸਹਿਮਤ ਹਾਂ ਕਿ ਬੜੀਆਂ ਹਾਈ ਕਨਸਟੀਟਿਊਸ਼ਨਲ ਪੋਸਟ ਨੇ, ਇਹਨਾਂ ਦੇ ਲੈਵਲ ਤੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰੇ ਦੋਨਾਂ ਨੂੰ ਸਵਾਲ ਨੇ। ਦੇਖੋ, ਤਲਵਾਰ ਸਾਹਿਬ ਤੁਸੀਂ ਐਜ਼ ਕਨਸਟੀਟਿਊਸ਼ਨਲ ਐਕਸਪਰਟ ਉਰੇ ਬਿਠਾਏ ਨੇ। ਪਹਿਲੀ ਗੱਲ ਤਾਂ ਕਿ ਜੋ ਸੁਪਰੀਮ ਕੋਰਟ ਨੇ ਲੇਟੈਸਟ ਕਿਹਾ ਹੈ, ਉਹ ਤਾਂ ਭਗਵੰਤ ਮਾਨ ਸਾਹਿਬ ਨੇ ਆਪ ਹੀ ਜਾ ਕੇ ਪੰਗਾ ਲਿਆ। ਪੰਜਾਬ ਸਰਕਾਰ ਤਾਂ ਪਹਿਲਾਂ ਤਾਂ ਕੋਈ ਐਸੀ ਗੱਲ ਨਹੀਂ ਸੀ, ਇਹ ਆਪ ਹੀ ਗਏ ਭਗਵੰਤ ਮਾਨ ਸਾਹਿਬ ਸੁਪਰੀਮ ਕੋਰਟ ਤੋਂ ਆਪ ਹੀ ਇੱਕ ਆਰਡਰ ਲੈ ਆਏ। ਉਹਨਾਂ ਨੇ ਕਹਿਤਾ ਵੀ ਭਾਈ ਜੋ ਗਵਰਨਰ ਸਾਹਿਬ ਪੁੱਛਣਗੇ ਉਹ ਤੁਸੀਂ ਦੱਸਣ ਦੇ ਪਾਬੰਦ ਹੋ। ਦੂਜਾ, ਮੈਂ ਗਰੇਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਗਰੇਵਾਲ ਸਾਹਿਬ, ਜਿਹੜਾ ਸਾਡਾ ਦੇਸ਼ ਹੈ ਉਹ ਸਿਵਿਕਸ ਦੇ 9th ਕਲਾਸ ਦੇ ਲੈਸਨ ਨਾਲ ਨਹੀਂ ਚੱਲਦਾ, ਉਹ ਕਨਸਟੀਟਿਊਸ਼ਨ ਨਾਲ ਚੱਲਦਾ। ਸੋ ਤੁਸੀਂ 9th ਕਲਾਸ ਦੇ ਸਿਵਿਕਸ ਦੇ ਲੈਸਨ ਨੂੰ ਤਾਂ ਬਹੁਤ ਜ਼ੋਰ ਦੇ ਰਹੇ ਹੋ, ਤੁਸੀਂ ਸੰਵਿਧਾਨ ਨੂੰ ਘੱਟ ਜ਼ੋਰ ਦੇ ਰਹੇ ਹੋ। ਔਰ ਤੀਸਰੀ ਗੱਲ, ਜੇ ਤੁਹਾਡੀ ਆਪਾਂ ਮੰਨ ਲਈਏ ਕਿ ਸਟੇਟ ਲੈਜਿਸਲੇਟਿਵ ਆਲ ਪਾਵਰਫੁਲ ਹੈ, ਫਿਰ ਆਪਾਂ ਚੰਡੀਗੜ੍ਹ ਦਾ ਮਸਲਾ ਇੰਨਾ ਲਮਕਾਇਆ ਕਿਉਂ ਹੋਇਆ? ਤੁਸੀਂ ਇੱਕ ਵਿਸ਼ੇਸ਼ ਸੈਸ਼ਨ ਬੁਲਾਓ, ਤੁਸੀਂ ਤਾਂ ਆਲ ਪਾਵਰਫੁਲ ਹੋ, ਗਵਰਨਰ ਤਾਂ ਮਨਾ ਕਰ ਹੀ ਨਹੀਂ ਸਕਦਾ। ਤੁਸੀਂ ਇੱਕ ਉਹਦੇ 'ਚ ਬਿੱਲ ਲਿਆਓ ਕਿ ਜੀ ਚੰਡੀਗੜ੍ਹ ਤੇ ਅਸੀਂ ਕੱਲ ਨੂੰ ਕਬਜ਼ਾ ਲੈਣ ਲੱਗੇ ਆ, ਮੁੱਖ ਮੰਤਰੀ ਸਾਹਿਬ ਜਾ ਕੇ ਉੱਥੇ ਕਬਜ਼ਾ ਲੈਣਗੇ ਸੈਰੀਮੋਨੀਅਲ, ਉਹਨੂੰ ਪਾਸ ਕਰੋ। ਗਵਰਨਰ ਸਾਹਿਬ ਇੱਕ ਵਾਰੀ ਵਾਪਸ ਕਰ ਦੇਣਗੇ, ਦੂਜੀ ਵਾਰ ਤਾਂ ਕਰ ਹੀ ਨਹੀਂ ਸਕਦੇ। ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਆਪਾਂ ਚੈਨਲ ਦੇ ਉੱਤੇ ਕੀ ਡਿਸਕਸ਼ਨ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਕਰ ਰਹੇ ਆ। ਕੀ ਪੰਜਾਬ ਦੀ ਵਿਧਾਨ ਸਭਾ ਕਾਨੂੰਨ ਤੋਂ, ਕਨਸਟੀਟਿਊਸ਼ਨ ਤੋਂ ਬਾਹਰ ਜਾ ਕੇ ਅਗਰ ਕੋਈ ਗਲਤ ਬਿੱਲ ਲੈ ਕੇ ਆਉਂਦੀ ਹੈ, ਕੀ ਉਦੋਂ ਤੁਸੀਂ ਇਸੇ ਤਰੀਕੇ ਪਾਸ ਕਰ ਦੋਗੇ ਕਿ ਆਹੀ ਪ੍ਰੋਵੀਜ਼ਨਸ ਨੇ? ਮੈਂ ਬੜੇ ਸਪਸ਼ਟ ਤੌਰ ਤੇ ਦੋ ਗੱਲਾਂ ਕਹੀਆਂ ਸੀ। ਚਲੋ, ਗਰੇਵਾਲ ਸਾਹਿਬ ਕਹਿੰਦੇ ਮੈਂ ਸਮਝਾ ਦਿੰਨਾ, ਸਮਝ ਲਈਏ। ਬਰਾੜ ਸਾਹਿਬ ਇੱਕ ਮਿੰਟ ਦੇਖੋ, ਗਰੇਵਾਲ ਸਾਹਿਬ ਇਧਰ ਉਧਰਲੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਟਾਈਮ ਮਿਲ ਜਾਂਦਾ। ਮੈਂ ਕੋਈ ਕਾਨੂੰਨ ਗੱਲ ਕਰ ਰਿਹਾ, ਤੁਸੀਂ ਉਹਦੇ ਚ ਵੀ ਗਰੇਵਾਲ ਸਾਹਿਬ ਨੂੰ ਨਾ ਵਾੜੋ। ਹੁਣ ਗੱਲ ਹੋ ਲੈਣ ਦਿਓ ਇੱਕ ਮਿੰਟ। ਮੈਂ ਗਰੇਵਾਲ ਸਾਹਿਬ ਨੂੰ ਸਿੱਧੀ ਗੱਲ ਪੁੱਛਦਾ ਹਾਂ ਕਿ ਜੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਇਹ ਦੱਸ ਦਿਓ ਵੀ ਬ੍ਰੌਡਕਾਸਟਿੰਗ ਦਾ ਕਾਨੂੰਨ ਬਣਾ ਸਕਦੀ ਹੈ? ਗਰੇਵਾਲ ਸਾਹਿਬ ਕਹਿੰਦੇ ਨੇ ਬਣਾ ਸਕਦੀ ਹੈ, ਤਾਂ ਆਪਾਂ ਗੱਲ ਕਰ ਲੈਂਦੇ ਆ। ਕਾਨੂੰਨੀ ਮਾਹਰ ਬੈਠੇ ਨੇ, ਦੱਸ ਦੇਣ ਕਿ ਜੀ ਬ੍ਰੌਡਕਾਸਟਿੰਗ ਸਟੇਟ ਸਬਜੈਕਟ ਹੈ ਕਿ ਸੈਂਟਰਲ ਸਬਜੈਕਟ ਹੈ। ਨੰਬਰ 2, ਕਿਹੜੀ ਐਸੀ ਪੰਜਾਬ ਦੀ ਸਰਕਾਰ ਹੈ ਜਿਹਨੇ ਬਿੱਲ ਬਣਾਇਆ? ਇਹ ਅੱਜ ਉਰੇ ਲੋਕਾਂ ਨੂੰ ਦੱਸ ਦੇਣ ਬਿੱਲ ਕਾਹਦਾ ਬਣਾਇਆ। ਸਿਰਫ ਜਿਹੜੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਟੈਲੀਕਾਸਟ ਹੋਣੀ ਹੈ, ਉਹਦੇ ਚ ਸਪੈਸ਼ਲ ਮੈਂਸ਼ਨ ਹੈ 125A ਚ ਕਿ ਬਿੱਲ ਲੈ ਕੇ ਆ ਰਿਹਾ ਹਰਮੰਦਰ ਸਾਹਿਬ ਤੋਂ ਜਿਹੜੀ ਗੁਰਬਾਣੀ ਰਿਲੇ ਹੁੰਦੀ ਹੈ। ਕੀ ਗੱਲ, ਜਿਹੜੀ ਦਮਦਮਾ ਸਾਹਿਬ ਤੋਂ ਹੁੰਦੀ ਹੈ ਉਹ ਫਿਰ ਉਹ ਗੁਰਬਾਣੀ 'ਚ ਕੋਈ ਫਰਕ ਹੈ? ਜਿਹੜੀ ਪਟਿਆਲੇ ਦੁਖਨਿਵਾਰਨ ਸਾਹਿਬ ਤੋਂ ਹੁੰਦੀ ਹੈ ਉਹ ਗੁਰਬਾਣੀ 'ਚ ਕੋਈ ਫਰਕ ਹੈ? ਇਹ ਕੈਸੇ ਪੰਜਾਬ ਸਰਕਾਰ ਦੇ ਵਕੀਲ ਨੇ, ਇਹ ਕਿਹੜੇ ਕਾਨੂੰਨੀ ਮਾਹਰ ਨੇ ਜਿਨ੍ਹਾਂ ਨੇ ਇਹ ਫਰਕ ਕਰਤਾ ਕਿ ਹਰਮੰਦਰ ਸਾਹਿਬ ਦੀ ਗੁਰਬਾਣੀ ਲਈ ਬਿੱਲ ਲੈ ਕੇ ਆ ਰਹੇ ਆ, ਬਾਕੀ ਪੰਜਾਬ 'ਚ ਕਿਤੋਂ ਵੀ ਗੁਰਬਾਣੀ ਆ ਕੋਈ ਬਿੱਲ ਨਹੀਂ? ਔਰ ਦੂਸਰੀ ਗੱਲ, ਇੱਕ ਇਹਨਾਂ ਨੇ ਹੋਰ ਜਿਹੜਾ ਹਸਤਖੇਪ ਕੀਤਾ, ਕਾਨੂੰਨੀ ਮਾਹਰ ਦੱਸ ਦੇਣ ਇਹ ਕਿਹੜੀ ਸਰਕਾਰ ਹੈ ਜੀ? ਇਹ ਪਹਿਲੀ ਸਰਕਾਰ ਹੈ ਜਿਹਨੇ ਕਿਹਾ ਕਿ ਹਰਮੰਦਰ ਸਾਹਿਬ ਸਾਡੀ ਜੁਰਿਸਡਿਕਸ਼ਨ 'ਚ ਆਉਂਦਾ। ਹਰਮੰਦਰ ਸਾਹਿਬ ਕੰਪਲੈਕਸ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਹੈ। ਉਹ 6ਵੇਂ ਪਾਤਸ਼ਾਹ ਦੀ ਗੱਦੀ ਹੈ ਅਕਾਲ ਤਖਤ ਸਾਹਿਬ, ਉਹ ਕਿਸੇ ਦੀ ਜੁਰਿਸਡਿਕਸ਼ਨ ਨਹੀਂ। ਸੋ ਜੇ ਤੁਹਾਨੂੰ ਨਹੀਂ ਕੁਝ ਪਤਾ, ਕੋਈ ਵਧੀਆ ਵਕੀਲਾਂ ਤੋਂ ਰਾਏ ਲੈ ਲਓ। ਗਰੇਵਾਲ ਸਾਹਿਬ ਜਵਾਬ ਦੇ ਦਿਓ। ਲਓ ਜੀ, ਹੁਣ ਪਹਿਲੀ ਗੱਲ, ਤਲਵਾਰ ਸਾਹਿਬ ਨੇ ਬਿਲਕੁਲ ਸਹੀ ਕਿਹਾ, ਬ੍ਰਿਜ ਹੋਣਾ ਚਾਹੀਦਾ, ਬਟ ਸਰ ਇਟਸ ਅ ਬ੍ਰਿਜ ਟੂ ਫਾਰ। ਗਵਰਨਰ ਭਾਵੇਂ ਤਾਮਿਲਨਾਡੂ ਮਿਨਿਸਟਰ ਡਿਸਮਿਸ ਕਰਦਾ, ਭਾਵੇਂ ਇੱਥੇ ਕੁਝ ਬੋਲਦੇ ਆ, ਐਂਡ ਸੰਵਿਧਾਨ 9ਵੀਂ ਤੋਂ ਪੜਾਉਣਾ ਤਾਂ ਸ਼ੁਰੂ ਕਰ ਦਿਓ ਤਾਂ ਕਿ ਬੱਚਿਆਂ ਨੂੰ ਇਹ ਰਵੇ ਕਿ ਸੈਕੂਲਰ ਸਟੇਟ ਹੈ ਤੇ ਅਸੀਂ ਸੋਸ਼ਲਿਸਟ ਸੈਕੂਲਰ ਵੀ ਦਾ ਪੀਪਲ ਆਫ ਇੰਡੀਆ ਤਾਂ ਹੀ ਸਿਖਾਉਂਦੇ ਆ ਸਰ, ਜਿਵੇਂ ਕਿ ਬੀਜੇਪੀ ਹਮਲੇ ਮਾਰ ਰਹੀ ਹੈ। ਅਸਲੀ ਗੱਲ ਬਰਾੜ ਸਾਹਿਬ ਇਹ ਹੈ ਕਿ ਇਹਨਾਂ ਦੀ ਚੱਲ ਰਹੀ ਹੈ ਨੈਗੋਸ਼ੀਏਸ਼ਨ, ਇਹਨਾਂ ਨੇ ਕਰਨਾ ਡਿਲੇ। ਪੰਜਾਬ ਸਰਕਾਰ ਨੇ ਜੋ ਵੀ ਕੋਈ ਬਿੱਲ ਪਾਸ ਕੀਤਾ, ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਪਾਸ ਕੀਤਾ। ਜਦੋਂ ਭਾਈਵਾਲਾਂ ਦੀ ਸੀਟ ਸ਼ੇਅਰਿੰਗ ਹੋ ਗਈ, ਉਹ ਅੱਧ ਮੰਗਦੇ ਆ, ਇਹ ਕਦੇ ਮੰਨਦੇ ਨਹੀਂ। ਉਦੋਂ ਇਹ ਫਟਾਫਟ ਕੋਈ ਆਰਡੀਨੈਂਸ ਸੈਂਟਰ ਚ ਲਿਆਉਣ ਦੀ ਕੋਸ਼ਿਸ਼ ਕਰਨਗੇ, ਇਹ ਦੁਬਾਰਾ ਮੰਤਰੀ ਬਣਨਗੇ, ਫਟਾਫਟ ਹੋਊਗਾ। ਉਦੋਂ ਕੋਸ਼ਿਸ਼ ਹੋਊਗੀ, ਕਿਉਂਕਿ ਇਹਨੂੰ ਡਿਲੇ ਕਰੀਏ। ਹੁਣ ਅਸੀਂ ਦਰਬਾਰ ਸਾਹਿਬ ਬਾਰੇ ਮਾਨ ਸਾਹਿਬ ਨੇ ਕਿਉਂ ਕਿਹਾ? ਦਰਬਾਰ ਸਾਹਿਬ ਬਿਲਕੁਲ ਗੁਰੂ ਸਾਹਿਬ ਦੀ ਬਣਾਈ, ਗੁਰੂ ਸਾਹਿਬ ਦੀ ਦਿੱਤੀ ਦੇਣ ਆ ਸਾਨੂੰ, ਐਂਡ ਉਹ ਸਭ ਦੀ ਹੈ, ਸਾਰੇ ਪੰਜਾਬੀਆਂ ਦੀ ਹੈ। ਉਹਦੇ ਤੇ ਗਲਤ ਗਿਆਨੀ, ਪੰਜਾਬੀਆਂ ਦੀ ਨਹੀਂ। ਕੀ ਹਰਮੰਦਰ ਸਾਹਿਬ ਕਹਿੰਦੇ ਪੰਜਾਬ ਤੱਕ ਸੀਮਿਤ ਹੈ? ਗਰੇਵਾਲ ਸਾਹਿਬ ਘੱਟੋ ਘੱਟ ਤੁਸੀਂ ਜੇ ਕਿਸੇ ਚੀਜ਼ ਦੀ ਨੌਲੇਜ ਦੀ, ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਉਹਦੇ ਚੁੱਪ ਰਿਹਾ ਕਰੋ। ਪਹਿਲਾ ਐਸਾ ਸ਼ਖਸ ਹੈ ਜਿਹੜਾ ਦੱਸ ਰਿਹਾ ਵੀ ਹਰਮੰਦਰ ਸਾਹਿਬ ਕਹਿੰਦੇ ਪੰਜਾਬੀਆਂ ਦਾ। ਮੈਂ ਬੋਲਦਾ। ਔਰ ਦੂਜੀ ਗੱਲ, ਲੋਕਾਂ ਨੂੰ ਇਹ ਵੀ ਕਲੀਅਰ ਕਰ ਦਿਓ, ਕਾਂਗਰਸ ਨਾਲ ਜਿਹੜੀ ਮਿਲੀ ਭੁਗਤ ਹੈ, ਸਾਡਾ ਅਲਾਇੰਸ ਹੋਣਾ ਹੋ ਜੂ, ਨਹੀਂ ਹੋਣਾ ਤੁਸੀਂ ਪਹਿਲਾਂ ਆਪਦੇ ਅਲਾਇੰਸ ਦੀ ਗੱਲ ਕਰੋ। ਦੱਸੋ ਕਿੰਨੀਆਂ ਸੀਟਾਂ ਹੋ ਰਹੀਆਂ, ਕਿੱਥੇ ਲੜ ਰਹੇ ਹੋ? ਮੈਂ ਬੋਲਦਾ ਕਿ ਨਹੀਂ? ਸੁਣੋ, ਗਲਤ ਨਾ ਬੋਲੋ। ਤੁਸੀਂ ਕੌਣ ਹੋ? ਹਰਮੰਦਰ ਸਾਹਿਬ ਨੂੰ ਕੱਲਾ ਪੰਜਾਬ ਦਾ ਕਹਿੰਦੇ। ਚਲੋ ਆਪਾਂ ਬਹਿਸ ਇੰਨੀ ਤਲਖੀ ਕਾਹਨੂੰ ਦਿਖਾਉਣੀ ਹੈ? ਨਹੀਂ। ਹਾਂਜੀ। ਮੈਨੂੰ ਕੱਟੋ,
ਮੈਂ ਗੱਲ ਕਰ ਰਿਹਾ, ਮੈਨੂੰ ਕੱਟੋ ਨਾ। ਇੱਕ ਅੱਖਰ ਪੰਜਾਬੀਆਂ ਦੀ, ਇਹਨਾਂ ਦਾ ਕੰਮ ਹੀ ਹੈ। ਮੈਂ ਜੋ ਕਹਿ ਰਿਹਾ ਪੰਜਾਬੀਆਂ ਦੀ, ਕਿਉਂਕਿ ਆਪ ਪੰਜਾਬ ਹੀ ਕਹਿ ਕਰੇ ਵਾ ਚਲੋ ਉਹਨੇ ਜਵਾਬ ਦੇ ਲੈਂਦੇ ਹੋ ਕਲੇਰ ਸਾਹਿਬ। ਹਾਂ ਨਹੀਂ ਜੀ ਸਰ, ਇਹਨਾਂ ਨੇ ਨਹੀਂ ਕਰਨਾ। ਇੱਕ ਗੱਲ ਨਹੀਂ, ਤੁਸੀਂ ਕਹੋ ਆਪਣੀ ਗੱਲ। ਪੰਜਾਬ ਚ ਹੈ ਸਾਰੀ ਦੁਨੀਆ ਹੈ ਸਰ ਹੈ ਤਾਂ ਸਾਰੀ ਦੁਨੀਆ ਦੀ। ਇਹ ਤਾਂ ਮੈਨੂੰ ਵੀ ਸਿੱਖ ਨਹੀਂ ਮੰਨਦੇ। ਸ਼ਾਇਦ ਕਲੀਅਰ ਸਾਹਿਬ ਦੀ ਦਾੜੀ ਕੱਟੀ ਹੀ ਨਹੀਂ ਸਿੱਖ ਨਹੀਂ ਹੈਗੇ। ਇਹਨਾਂ ਦੀ ਪਾਰਟੀ ਨੇ ਐਫੀਡੇਵਿਟ ਦਿੱਤਾ, ਕਾਦੀ ਗੱਲ ਨਹੀਂ ਸੁਪਰੀਮ ਕੋਰਟ 'ਚ। ਚਲੋ ਕੋਈ ਗੱਲ, ਉਹ ਅਲੱਗ ਹੈ। ਗੁਰੂ ਤਾਂ ਸਾਰੀ ਹੋ ਗਿਆ ਕੇਸ, ਪੜ੍ਹ ਲਿਆ ਕਰੋ ਗਰੇਵਾਲ ਸਾਹਿਬ। ਉਹ ਡਿਸਮਿਸ ਹੋ ਗਿਆ ਕੇਸ। ਕਿਰਪਾ ਕਰਕੇ ਚੀਜ਼ਾਂ ਪੜ੍ਹ ਕੇ ਆਇਆ ਕਰੋ, ਝੂਠ ਕਿਉਂ ਬੋਲਦੇ ਹੋ? ਸੁਪਰੀਮ ਕੋਰਟ ਵਾਲਾ ਕੇਸ ਡਿਸਮਿਸ ਹੋ ਗਿਆ। ਸਰ ਮੈਂ ਕਲੈਰੀਫਾਈ ਕਰਦਾ। ਜੀ ਇੱਕ ਸੈਕਿੰਡ, ਮੈਂ ਆ ਰਿਹਾ ਤਲਵਾਰ ਸਾਹਿਬ, ਮਾੜੀ ਜੀ ਗਰੇਵਾਲ ਸਾਹਿਬ ਨੂੰ ਗੱਲ ਕਹਿ ਲੈਣ ਦਿਓ ਪਲੀਜ਼। ਹਾਂਜੀ 2 ਮਿੰਟ ਵੇਟ ਕਰੋ। ਹਾਂਜੀ ਛੋਟੀ ਜੀ ਗੱਲ ਕਰਨੀ ਚਾਹੁੰਦਾ, ਮੈਂ ਛੋਟੀ ਜੀ ਗੱਲ ਕਰਨੀ ਚਾਹੁੰਦਾ। ਅਸੀਂ ਸਿਰਫ ਇੱਕ ਗੱਲ ਕਰੀ ਕਿ ਜੇ ਗੁਰੂ ਦੀ ਬਾਣੀ ਸਾਰੀ ਦੁਨੀਆ ਸੁਣ ਲੂਗੀ ਤੇ ਕਿਉਂ ਐਸਜੀਪੀਸੀ ਬਣੀ ਸੀ? ਮੰਨਤਾਂ ਤੋਂ ਛਡਾਉਣ ਲਈ। ਉਹ ਬਾਬਾ ਗੁਰੂ ਦੀ ਬਾਣੀ ਕੱਲੀ ਹਰਮੰਦਰ ਸਾਹਿਬ ਤੋਂ ਆਉਂਦੀ ਆ, ਦਮਦਮਾ ਸਾਹਿਬ ਤੋਂ ਨਹੀਂ ਆਉਂਦੀ, ਪਟਿਆਲੇ ਦੁਖਨਿਵਾਰਨ ਸਾਹਿਬ ਤੋਂ ਨਹੀਂ ਆਉਂਦੀ, ਹੋਰ ਕਿੰਨੇ ਗੁਰਧਾਮ ਨੇ ਉਹਨਾਂ ਤੋਂ ਨਹੀਂ ਆਉਂਦੀ। ਫਰਕ ਕੀ ਆ ਉਹ ਵੀ ਦੱਸ ਦਿਓ। ਜੇ ਤੁਹਾਨੂੰ ਨਹੀਂ ਤੁਹਾਡੇ ਵਕੀਲ ਦੱਸਦੇ ਤਾਂ ਘੱਟੋ ਘੱਟ ਪੁੱਛ ਹੀ ਲਓ। ਤੁਸੀਂ ਐਕਟਿਵ ਪੜ੍ਹ ਲਓ 125 ਇਹ ਕੀ ਹੈ, ਫਿਰ ਗੱਲ ਕਰ ਲਾਂਗੇ ਆਪਾਂ। ਮੈਂ 1 ਮਿੰਟ, ਚੰਨੀ ਸਾਹਿਬ ਆ ਰਹੇ ਆ ਇੱਧਰ, ਥੋੜਾ ਮਾਮਲਾ ਜ਼ਿਆਦਾ ਉਲਝ ਗਿਆ। ਇੱਕ ਸੈਕਿੰਡ ਗਰੇਵਾਲ ਸਾਹਿਬ ਪਲੀਜ਼ 1 ਸੈਕਿੰਡ। ਤਲਵਾਰ ਸਾਹਿਬ ਕੁਝ ਐਡ ਆਨ ਕਰਨਾ ਚਾਹੁੰਦੇ ਆ ਇਸੇ ਮਸਲੇ ਤੇ? ਜੇ ਟੈਕਨੀਕਲ ਮਸਲਾ ਆ ਹੀ ਗਿਆ, ਤਲਵਾਰ ਸਾਹਿਬ ਤੁਸੀਂ ਕਹਿ ਸਕਦੇ ਹੋ ਆਪਦੀ ਗੱਲ ਜੀ। ਹਾਂਜੀ ਜਦੋਂ ਪੰਜਾਬ ਸਰਕਾਰ ਨੇ ਸੈਸ਼ਨ ਬੁਲਾਇਆ, ਉਦੋਂ ਗਵਰਨਰ ਸਾਹਿਬ ਨੇ ਉਹ ਸੈਸ਼ਨ ਨੂੰ ਕਾਲ ਨਹੀਂ ਕੀਤਾ, ਜਿਹੜਾ 167 ਆਰਟੀਕਲ 167 ਦੇ ਵਿੱਚ ਉਹਨਾਂ ਤੇ ਮੈਂਡੇਟ ਹੈ। ਬਿਕੋਜ਼ ਗਵਰਨਰ ਸਾਹਿਬ ਐਕਟਸ ਔਨ ਦੀ ਐਡਵਾਈਸ ਆਫ ਦੀ ਕਾਉਂਸਲ ਆਫ ਮਿਨਿਸਟਰਸ ਆਫ ਦ ਸਟੇਟ। ਉਹ ਮੈਟਰ ਚਲਾ ਗਿਆ ਸੁਪਰੀਮ ਕੋਰਟ, ਪੰਜਾਬ ਸਰਕਾਰ ਚਲੇਗੀ ਸੁਪਰੀਮ ਕੋਰਟ ਕਿ ਅਸੀਂ ਸੈਸ਼ਨ ਬੁਲਾ ਰਹੇ ਹਾਂ। ਉਹ ਸੈਸ਼ਨ ਨੂੰ ਕਾਲ ਨਹੀਂ ਕਰ ਰਹੇ ਗਵਰਨਰ ਸਾਹਿਬ। ਉੱਥੇ ਇਸ਼ੂ ਉੱਠਿਆ ਕਿ ਜੀ ਗਵਰਨਰ ਸਾਹਿਬ ਇਨਫੋਰਮੇਸ਼ਨ ਮੰਗ ਰਹੇ ਨੇ, ਪੰਜਾਬ ਸਰਕਾਰ ਦੇ ਨਹੀਂ ਰਹੀ। ਆਨਰੇਬਲ ਸੁਪਰੀਮ ਕੋਰਟ ਨੇ ਉੱਥੇ ਦੋਨਾਂ ਨੂੰ ਕਿਹਾ ਕਿ ਤੁਸੀਂ ਜਦੋਂ ਉਹਨਾਂ ਕੋਲ ਪਾਵਰ ਹੈ ਇਨਫੋਰਮੇਸ਼ਨ ਮੰਗਣ ਦੀ, ਤੇ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਕਿਉਂ ਨਹੀਂ ਦੇ ਰਹੇ? ਤੇ ਉਹ ਜਦੋਂ ਉਹਨਾਂ ਨੂੰ ਕਿਹਾ ਗਵਰਨਰ ਸਾਹਿਬ ਦੇ, ਉੱਥੇ ਆਲਰੇਡੀ ਜਿਹੜੇ ਉਹਨਾਂ ਦੇ ਵਕੀਲ ਸੀਗੇ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਸੈਸ਼ਨ ਬੁਲਾ ਲਿਆ, ਤੇ ਉਹ ਮੈਟਰ ਉਸ ਇਵੈਂਟ ਕਰਕੇ ਡਿਸਪੋਜ਼ ਆਫ ਹੋ ਗਿਆ। ਸਟੇਟ ਗਵਰਨਮੈਂਟ ਨੂੰ ਕਿਹਾ ਗਿਆ ਜੋ ਇਨਫੋਰਮੇਸ਼ਨ ਤੁਸੀਂ ਦੇਣੀ ਹੈ ਤੁਸੀਂ ਦਿਓ, ਤੇ ਸੈਸ਼ਨ ਆਲਰੇਡੀ ਬੁਲਾ ਲਿਆ ਗਿਆ, ਤੇ ਉਹ ਇਸ਼ੂ ਉੱਥੇ ਖਤਮ ਹੋ ਗਿਆ। ਹੁਣ ਜਿਹੜਾ ਮੁੱਦਾ ਹੈਗਾ ਹੈ, ਇੱਕ ਵਾਰੀ ਇੱਕ ਲਾਅ ਪਾਸ ਹੋ ਗਿਆ ਹੈ, ਉਹ ਲਾਅ ਜਦੋਂ ਗਵਰਨਰ ਸਾਹਿਬ ਕੋਲ ਚਲਾ ਗਿਆ, ਉਹਦੇ ਅੱਗੇ ਕਨਸਟੀਟਿਊਸ਼ਨਲ ਕੀ ਪ੍ਰੋਸੀਜਰ ਪ੍ਰੋਵਾਈਡ ਕਰਦਾ ਹੈ, ਉਹ ਆਰਟੀਕਲ 200 'ਚ ਹੈ। ਹੁਣ ਉੱਥੇ ਗੱਲ ਆ ਗਈ ਹੈ। ਹੁਣ ਉਸ ਮੁੱਦੇ ਤੇ ਗਵਰਨਰ ਸਾਹਿਬ ਨੇ ਇਧਰ ਬਿੱਲ ਨੂੰ ਆਪਣੇ ਕਮੈਂਟਸ ਨਾਲ ਵਾਪਸ ਭੇਜਣ। ਕੋਈ ਪ੍ਰੋਬਲਮ ਹੈ ਉਹਦੇ 'ਚ? ਜੇ ਉਹਦੇ 'ਚ ਪ੍ਰੋਬਲਮ ਨਹੀਂ ਹੈ ਤਾਂ ਉਹਨੂੰ ਲਾਅ ਬਣਾ ਦੇਣ। ਇਹ ਕਨਸਟੀਟਿਊਸ਼ਨ ਕਹਿੰਦੀ ਹੈ। ਇਹ ਤੋਂ ਅੱਗੇ ਕਨਸਟੀਟਿਊਸ਼ਨ 'ਚ ਇਸ ਬਾਰੇ 'ਚ ਨਹੀਂ ਕਿਹਾ ਗਿਆ ਕੁਝ ਵੀ। ਚੰਨੀ ਸਾਹਿਬ ਵਿਜੇਪਾਲ, ਮੈਨੂੰ ਬੜੀ ਹੈਰਾਨੀ ਹੈ। ਇੱਕ ਤਾਂ ਜਿਹੜਾ ਪਤਾ ਨਹੀਂ ਤੁਸੀਂ ਕੀ ਕਰੋਗੇ ਕਿ ਮੁੱਦੇ ਤੇ ਕਿੱਦਾਂ ਰਹਿ ਜਾਵੇ, ਤੇ ਕਿਹਦੀ ਦਾੜੀ ਕੱਟੀ ਹੈ, ਕਿਹਨੇ ਰੱਖੀ ਹੈ, ਕਿਹੜਾ ਮੁੱਦੇ ਐਂ ਭੜਕ ਜਾਂਦੇ ਆ ਜਦੋਂ ਭਾਵਨਾਵਾਂ ਜ਼ਿਆਦੇ ਉਜਾਗਰ ਹੋਣ ਲੱਗ ਪੈਂਦੀਆਂ, ਫਿਰ ਕਈ ਵਾਰੀ ਕੰਮ ਡੀਲ ਹੁੰਦਾ। ਮੇਰੀ ਤੇ ਕੋਸ਼ਿਸ਼ ਹੈ ਕਿ ਮੈਂ ਮੁੜ ਕੇ ਲਿਆਵਾਂ ਉੱਤੇ। ਪਰ ਗੁਰੂ ਸਾਹਿਬ ਨੇ ਇਹ ਕਿਹਾ ਸੀਗਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਉਹਨਾਂ ਦਾ ਮਤਲਬ ਸੀ ਵੀ ਮੈਨੂੰ ਅਪੀਅਰੈਂਸ ਨਾਲ ਦਾੜਾ ਪ੍ਰਕਾਸ਼ ਕਰਕੇ ਰੱਖਣ ਨਾਲ ਮੈਂ ਉਹਦੇ ਖਿਲਾਫ ਨਹੀਂ ਹੈ, ਔਰ ਕਹਿੰਦੇ ਮੈਨੂੰ ਕੰਡਕਟ ਪਿਆਰਾ, ਲੋਕਾਂ ਦੀ ਅਪੀਅਰੈਂਸ ਪਿਆਰੀ ਨਹੀਂ ਹੈਗੀ, ਰਹਿਤ ਪਿਆਰੀ ਹੈ, ਤੇ ਸਿੱਖ ਪਿਆਰਾ ਨਹੀਂ। ਜਿਹੜਾ ਉਹ ਕਹੇ ਮੈਂ ਸਿੱਖ, ਮਤਲਬ ਇਹ ਆਪਣਾ ਵਿਸ਼ਾ ਨਹੀਂ ਹੋਣਾ ਚਾਹੀਦਾ ਸੀ। ਮੈਂ ਜੀ ਗੱਲ ਇਹ ਹੈਗੀ ਆ ਕਿ ਦੇਖੋ ਮੇਰੀ, ਤੁਸੀਂ ਸ਼ਾਇਦ ਤੁਹਾਨੂੰ ਇੱਕ ਮੈਂ ਐਗਜ਼ਾਮਪਲ ਦਿੰਦਾ ਜੀ। ਜਦੋਂ ਰਾਜੀਵ ਗਾਂਧੀ ਸੀ ਪ੍ਰਾਈਮ ਮਿਨਿਸਟਰ ਤੇ ਗਿਆਨੀ ਜੈਲ ਸਿੰਘ ਸੀਗੇ ਪ੍ਰੈਜ਼ੀਡੈਂਟ ਜੀ, ਤੇ ਇਹਨਾਂ ਨੇ ਇੱਕ ਪੋਸਟਲ ਬਿੱਲ ਪਾਸ ਕਰਤਾ ਦੋਨੋਂ ਹਾਊਸ ਦੇ, ਤੇ ਉਹਦੇ ਵਿੱਚ ਇਹ ਸੀਗਾ ਵੀ ਇਹ ਇਖਤਿਆਰ ਦਿੱਤਾ ਵੀ ਸਰਕਾਰ ਕਿਸੇ ਦੀ ਚਿੱਠੀ ਕਦੋਂ ਵੀ ਪੜ੍ਹ ਸਕਦੀ ਹੈ ਤੇ ਖੋਲ ਸਕਦੀ ਹੈ। ਜਿਹੜੀ ਆਪਣੀ ਪ੍ਰਾਈਵੇਸੀ ਹੁੰਦੀ ਹੈ ਫੈਮਿਲੀ ਦੀ ਜਾਂ ਕਿਸੇ ਦੋਸਤਾਂ ਦੀ, ਜਾਂ ਉਹ ਉਹਦੇ ਤੇ ਪੂਰਾ ਹਮਲਾ ਕਰ ਦਿੱਤਾ। ਤੇ ਗਿਆਨੀ ਜੀ ਨੇ ਉਹ ਬਿੱਲ ਵਾਪਸ ਨਹੀਂ ਭੇਜਿਆ। ਹੀ ਇੰਟਰੋਡਿਊਸ ਫॉर द फर्स्ट टाइम ਪੌਕਟ ਵੀਟੋ। ਉਹਨਾਂ ਨੇ ਬਿੱਲ ਆਪਣੇ ਕੋਲ ਰੱਖ ਲਿਆ, ਤੇ ਅੱਜ ਤੱਕ ਕਿੰਨੇ ਸਾਲ ਹੋ ਗਏ? 35 ਸਾਲ। ਉਹ ਬਿੱਲ ਅਜੇ ਤੱਕ ਪਾਸ ਨਹੀਂ ਹੋਇਆ। ਬਹੁਤ ਸਾਰੇ ਬਿੱਲ ਨੇ ਰਾਸ਼ਟਰਪਤੀ ਕੋਲ ਪੈਂਡਿੰਗ ਪਏ ਰਹਿੰਦੇ ਨੇ ਸਾਲਾਂ ਬੱਧੀ, ਬਹੁਤ ਸਾਰੇ ਬਿੱਲ। ਨਹੀਂ, ਮੈਂ ਇਹ ਕਹਿ ਰਿਹਾ ਕਿ ਅਸੀਂ ਕਹਿੰਦੇ ਹਾਂ ਕਿ ਗਵਰਨਰ ਨੂੰ ਇਖਤਿਆਰ ਨਹੀਂ, ਰਾਸ਼ਟਰਪਤੀ ਨੂੰ ਇਖਤਿਆਰ ਨਹੀਂ। ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਇਖਤਿਆਰ ਹੈਗੇ ਨੇ,
ਉਹ ਵਰਤਦੇ ਨਹੀਂ ਹੈਗੇ। ਗਿਆਨੀ ਜੀ ਨੇ ਵਰਤਿਆ ਸੀ ਤੇ ਦੱਸਤਾ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇਖਤਿਆਰ ਹੈਗਾ, ਉਦੋਂ ਤਾਂ ਆਪਾਂ ਕਹਿੰਦੇ ਭੇਜੋ ਵਾਪਸ, ਦੁਬਾਰਾ ਬਣ ਜਾਏਗਾ ਬਿੱਲ, ਕੁਝ ਤੁਸੀਂ ਨਾ ਨਹੀਂ ਕਰ ਸਕਦੇ। ਦੂਜੀ ਗੱਲ, ਇਹ